ਖਾਲਸਾ ਜੀ। ਅੱਜ ਅੱਸੂ ਦਾ ਮਹੀਨਾ ਸ਼ੁਰੂ ਹੋਇਆ ਹੈ। ਅੱਸੂ ਦੇ ਮਹੀਨੇ ਦੀ ਵਿਚਾਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਇਸ ਮਹੀਨੇ ਰਾਹੀਂ ਉਪਦੇਸ਼ ਦਿੱਤਾ ਹੈ। ਗੁਰੂ ਕੀ ਬਾਣੀ ਅੰਦਰ 7 ਦਿਨਾਂ ਦੇ ਵਾਰ ਵੀ ਲਿਖੇ ਹੋਏ ਨੇ। 7 ਦਿਨਾਂ ਅੰਦਰ ਵੀ ਮਹਾਰਾਜ ਜੀ ਨੇ ਗਿਆਨ ਤੇ ਉਪਦੇਸ਼ ਦਿੱਤਾ। ਜੇ ਅੱਜ ਅੱਸੂ ਦੇ ਮਹੀਨੇ ਦੀ ਪਹਿਲੀ ਤਾਰੀਖ ਹੈ ਤੇ ਗੁਰੂ ਜੀ ਨੇ ਫਿਰ ਵੀ ਪ੍ਰਾਣੀ ਨੂੰ ਹੁਕਮ ਤੇ ਉਪਦੇਸ਼ ਦਿੱਤਾ, ਨਾਲ ਗਿਆਨ ਵੀ ਦਿੱਤਾ, ਸੋਝੀ ਵੀ ਦਿੱਤੀ ਹੈ। ਜਿਵੇਂ ਰਾਜਾ ਆਪਣੇ ਵਜ਼ੀਰਾਂ ਨੂੰ ਜਾਂ ਆਪਣੀ ਅਹਿਲਕਾਰਾਂ ਨੂੰ ਦੱਸਦਾ, ਅੱਜ ਆਪਾਂ ਇਹ ਕੰਮ ਕਰਨਾ, ਅੱਜ ਆਪਣੇ ਇਹ ਕੰਮ ਕਰਨ ਵਾਲੇ ਆਹ ਨਹੀਂ ਕਰਨੇ, ਆਪਾਂ ਆਹ ਕੰਮ ਕਰਨਾ। ਇਸ ਤਰ੍ਹਾਂ ਹੀ ਗੁਰੂ ਜੀ ਵੀ ਸਾਨੂੰ ਸੰਸਾਰ ਅੰਦਰ ਦੱਸਦੇ ਨੇ, ਪ੍ਰਾਣੀ ਅੱਜ ਆਪਾਂ ਇਹ ਕੰਮ ਕੀ ਕਰਨਾ, ਕਿਹੜਾ ਅੱਜ ਕੰਮ ਛੱਡਣਾ ਤੇ ਕਿਹੜਾ ਕੰਮ ਕਰਨਾ। ਉਹਦੇ ਵਿੱਚ ਉਪਦੇਸ਼ ਹੈ, ਗਿਆਨ ਹੈ, ਸੋਝੀ। ਆਓ ਮੇਰੇ ਤੋਂ ਪਹਿਲਾਂ ਭਾਈ ਗੁਰਦੀਪ ਸਿੰਘ ਦਾ ਜਥਾ, ਜਿਨ੍ਹਾਂ ਨੇ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰਾਏ ਹਨ, ਭਾਈ ਸਾਹਿਬ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਪਹਿਲਾਂ ਗੁਰੂ ਜੀ ਦੀ ਹਜ਼ੂਰੀ ਅੰਦਰ 5 ਬਾਣੀਆਂ ਦੇ ਨਿਤਨੇਮ ਹੋਏ, ਆਸਾ ਜੀ ਦੇ ਵਾਰ ਦੇ ਕੀਰਤਨ, ਫਿਰ ਗੁਰੂ ਕੀ ਬਾਣੀ ਦੀ ਕਥਾ। ਆਓ ਅੱਜ ਅੱਸੂ ਦੇ ਮਹੀਨੇ ਰਾਹੀਂ ਗੁਰੂ ਜੀ ਨੇ ਉਪਦੇਸ਼ ਅਤੇ ਗਿਆਨ ਦੱਸਿਆ, ਜਿਹਦੇ ਵਿੱਚ ਇਹ 12 ਮਾਹ ਦੀ ਬਾਣੀ ਹੈ। ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਹੈ, ਜਿਵੇਂ ਆਸਾ ਜੀ ਦੀ ਵਾਰ ਦੀ ਬਾਣੀ, ਜਿਵੇਂ ਆਪਾਂ ਲਾਹਣੀਆਂ ਸੱਦ, ਜਿਵੇਂ ਆਪਾਂ ਭੋਗ ਦੇ ਸਲੋਕ ਪੜ੍ਹਦੇ ਹਾਂ ਬਾਣੀਆਂ ਦੇ ਲੇਖ। ਇਸ ਤਰ੍ਹਾਂ ਗੁਰੂ ਨੇ ਇਸ ਬਾਣੀ ਦਾ ਨਾਮ ਲਿਖਿਆ 12 ਮਾਹ, ਵੀ 12 ਮਹੀਨੇ ਮਾਝ ਰਾਗ ਅੰਦਰ ਹੈ। ਸਤਿਗੁਰੂ ਜੀ ਦੇ ਇਸ ਚੇਤ ਦੇ ਮਹੀਨੇ ਤੋਂ ਪਹਿਲਾਂ ਗੁਰੂ ਨੇ ਕਿਹਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਮੇਰੇ ਰਾਮ, ਮੇਰੇ ਪਤੀ ਪਰਮਾਤਮਾ, ਅਸੀਂ ਵਿਛੜ ਗਏ ਹਾਂ ਆਪਣੇ ਕਰਮਾਂ ਕਰਕੇ। ਕਦੀ ਵੀ ਪਰਮਾਤਮਾ ਨਹੀਂ ਵਿਛੋੜਦਾ, ਉਹ ਕਿਸੇ ਨੂੰ ਨਹੀਂ ਵਿਛੋੜਦਾ। ਕਿਉਂ ਨਹੀਂ ਵਿਛੋੜਦਾ? ਉਹ ਨਿਰਭਉ ਹੈ, ਉਹ ਨਿਰਵੈਰ ਹੈ। ਇਸ ਲਈ ਪਰਮਾਤਮਾ ਵਿਛੋੜਦਾ ਨਹੀਂ, ਅਸੀਂ ਵਿਛੜਦੇ ਹਾਂ, ਅਸੀਂ ਵਿਛੜਦੇ ਹਾਂ। ਗੁਰੂ ਜੀ ਨੇ ਕਿਹਾ, ਹਾਂ ਤੂੰ ਵਿਛੜ ਗਿਆ ਤੇ ਇੱਕ ਕੰਮ ਕਰ। ਉਹ ਕੀ ਹੈ? ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਹੁਣ ਮੇਰੇ 'ਤੇ ਕਿਰਪਾ ਕਰ ਦਿਓ ਕਿ ਮੈਨੂੰ ਵਿਛੜੇ ਹੋਏ ਨੂੰ ਮਿਲ ਲਓ। ਇਹ ਵੀ ਸੱਚਾਈ ਹੈ। ਜਦੋਂ ਬੰਦਾ ਕੋਈ ਜੋਦੜੀ ਕਰਦਾ, ਕੋਈ ਅਰਦਾਸ ਕਰਦਾ, ਅਰਦਾਸ ਜੋਦੜੀ ਕੀ ਹੈ? ਮੈਂ ਬੇਨਤੀ ਕਰਾਂ ਇਹ ਮਿਲਾਪ ਹੈ। ਅਰਦਾਸ ਕੀ ਹੈ? ਬੇਨਤੀ ਕੀ ਹੈ? ਇਹ ਸਾਡੇ ਅੰਦਰੋਂ ਨਿਕਲੀ ਹੋਈ
ਆਵਾਜ਼ ਇਹ ਪਰਮਾਤਮਾ ਦੇ ਨਾਲ ਮਿਲਾਉਂਦੀ ਹੈ। ਇਸ ਲਈ ਮੇਰਾ ਗੁਰੂ ਕਹਿੰਦਾ ਅਰਦਾਸ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣਾ ਕੈ ਚਾਉ। ਮੈਂ ਵਿਛੜ ਗਿਆ ਪਰਮਾਤਮਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਪਰਮਾਤਮਾ ਮੈਂ ਤੁਹਾਡੇ ਨੇੜੇ ਆਉਣਾ ਚਾਹੁੰਦਾ। ਪਰਮਾਤਮਾ ਮੈਂ ਦੂਰ ਚਲਿਆ ਗਿਆ, ਮੇਰੇ 'ਤੇ ਕਿਰਪਾ ਕਰੋ। ਦੂਸਰੀ ਮੈਂ ਬੇਨਤੀ ਕਰਾਂ, ਇਹ ਵੀ ਇੱਕ ਸੱਚਾਈ ਹੈ, ਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਵੀ ਇਹ ਨੇੜੇ ਨਹੀਂ ਆ ਸਕਦਾ। ਗੁਰੂ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਜੁੜ ਵੀ ਨਹੀਂ ਸਕਦਾ। ਇਸ ਲਈ ਰਸਤਾ ਹੀ ਇਹ ਹੈ ਕਿਰਪਾ। ਜਿਵੇਂ ਆਪਾਂ ਪੜ੍ਹਦੇ ਹਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਾਡੀ ਮੰਜ਼ਿਲ, ਯਾਦ ਰੱਖੋ, ਇਹ ਮਨੁੱਖ ਦੀ ਮੰਜ਼ਿਲ ਪਹੁੰਚਣ ਦੀ ਇੱਕ ਉਹ ਪਰਮਾਤਮਾ। ਤੇ ਮੰਜ਼ਿਲ 'ਤੇ ਪਹੁੰਚਣ ਵਾਸਤੇ ਮੰਜ਼ਿਲ ਕਿਹੜੀ ਹੈ? ਉਹ ਹੈ ਸਤਿਗੁਰ ਪ੍ਰਸਾਦ। ਪਹੁੰਚਣਾ ਇੱਕ ਤੱਕ, ਅੱਗੇ ਹੈ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼, ਵੀ ਉਹਦੇ ਨਾਲ ਪਹੁੰਚ ਸਕਦਾ ਹੈ, ਬਿਨਾਂ ਬਖਸ਼ਿਸ਼ ਤੋਂ ਨਹੀਂ ਪਹੁੰਚ ਸਕਦਾ। ਇਸ ਲਈ ਮੇਰੇ ਗੁਰੂ ਜੀ ਨੇ ਕਿਹਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਅਗਲਾ ਬਚਨ, 4 ਕੁੰਟ ਦਹ ਦਿਸ ਭ੍ਰਮੇ। 4 ਕੁੰਟ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਮੇਰੇ ਪਤੀ ਪਰਮਾਤਮਾ, ਮੈਂ ਸਾਰੀਆਂ ਕੁੰਟਾਂ, ਮੈਂ ਸਾਰੀਆਂ ਥਾਵਾਂ ਕੋਈ ਨਹੀਂ ਛੱਡੀਆਂ। ਮੈਂ ਸਭ ਘੁੰਮ ਆਇਆ, ਸਭ ਫਿਰ ਆਇਆ। ਮੇਰੇ ਪਤੀ ਪਰਮਾਤਮਾ, ਹੁਣ ਮੈਂ ਥੱਕ ਗਿਆ। ਘੁੰਮ ਘੁਮਾ ਕੇ, ਤੁਰਤ ਰਾਹ ਕੇ, ਫਿਰ ਫਰਾ ਕੇ, ਭੱਜ ਦੌੜ ਕਰਕੇ ਮੈਂ ਥੱਕ ਵੀ ਗਿਆ। ਹੁਣ ਨਹੀਂ ਭੱਜਿਆ ਜਾਂਦਾ। ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ। ਹੁਣ ਮੈਂ ਤੁਹਾਡੇ ਦਰ 'ਤੇ ਆ ਗਿਆ। ਮੇਰੇ ਗੁਰੂ ਪਰਮਾਤਮਾ, ਮੈਂ ਤੁਹਾਡੇ ਘਰ ਵਿੱਚ ਆ ਗਿਆ। ਥਕ ਆਏ ਪ੍ਰਭ ਕੀ ਸਾਮ। ਅਗਲਾ ਬਚਨ, ਧੇਨ ਦੁਧਾ ਤੇ ਬਾਹਰੀ, ਕੀਤਾ ਨਾ ਆਵਾ ਕਾਮ। ਮੇਰੇ ਗੁਰੂ ਪਰਮਾਤਮਾ, ਗਊ ਤਾਂ ਉਹੀ ਕੰਮ ਦੀ ਹੈ ਜਿਹੜੀ ਦੁੱਧ ਦਿੰਦੀ ਹੈ। ਜੇ ਗਊ ਦੁੱਧ ਨਹੀਂ ਦਿੰਦੀ, ਉਹ ਕਿਸੇ ਕੰਮ ਨਹੀਂ ਆਉਂਦੀ, ਕਿਉਂਕਿ ਉਹਨੂੰ ਕੋਈ ਰੱਖਦਾ ਨਹੀਂ ਹੈ। ਬਲਦ ਕੰਮ ਆਉਂਦੇ ਨੇ, ਪਰ ਗਊਆਂ ਨੂੰ ਹਾਲਾਂਕਿ ਨਹੀਂ ਜੋੜਿਆ ਜਾਂਦਾ। ਗਊਆਂ ਤੋਂ ਖੂਹਾਂ ਦਾ ਪਾਣੀ ਨਹੀਂ ਕੱਢਿਆ ਜਾਂਦਾ, ਬਲਦ ਲੱਗਦੇ ਨੇ। ਬਸ ਗਊ ਦੁੱਧ ਦੇ ਕੇ ਮਾਣ ਪਾਉਂਦੀ ਹੈ, ਦੁੱਧ ਦੇ ਕੇ ਦੀ ਵਡਿਆਈ ਹੈ। ਜੇ ਦੁੱਧ ਨਹੀਂ ਤਾਂ ਗਊ ਦੀ ਕੋਈ ਮਾਣ ਵਡਿਆਈ ਨਹੀਂ, ਕੋਈ ਕੀਮਤ ਨਹੀਂ। ਤੇਨ ਦੁਧਾ ਤੇ ਬਾਹਰੀ, ਕੀਤਾ ਨਾ ਆਵੈ ਕਾਮ। ਇਹ ਕਿਸੇ ਕੰਮ ਨਹੀਂ। ਜਲ ਬਿਨ ਸਾਖ ਕੁਮਲਾਪਤੀ, ਉਪਜਾ ਨਾਹੀ ਦਾਮ। ਮੇਰੇ ਗੁਰੂ ਪਤੀ ਪਰਮਾਤਮਾ, ਜੇ ਖੇਤੀ ਬੀਜੀ ਹੋਵੇ ਤੇ ਖੇਤੀ ਵਿੱਚ ਕੋਈ ਦਾਣਾ ਹੀ ਨਾ ਹੋਵੇ, ਤੇ ਪੈਸਾ ਕਿੱਥੋਂ ਆਏਗਾ? ਦਾਮ ਪੈਸੇ ਨੂੰ ਆਖਦੇ। ਪਰਮਾਤਮਾ ਖੇਤੀ ਤਾਂ ਬੀਜੀ, ਪਰ ਉਹਨੂੰ ਕੋਈ ਬੀਜ ਨਹੀਂ ਲੱਗਿਆ। ਖੇਤੀ ਵੀ ਕਿਸੇ ਕੰਮ ਨਹੀਂ, ਪਰ ਉਹਨੂੰ ਪਾਣੀ ਨਾ ਮਿਲਣ ਕਰਕੇ ਉਹ ਖੇਤੀ ਨਹੀਂ ਹੋਈ। ਜਲ ਬਿਨ ਸਾਖ ਕੁਮਲਾਵਤੀ, ਉਹ ਖੇਤੀ ਸਾਰੀ ਕੁਮਲਾ ਗਈ, ਕਿਉਂਕਿ ਪਾਣੀ ਨਹੀਂ ਪਹੁੰਚਿਆ। ਤੇ ਸਤਿਗੁਰੂ ਜੀ ਕਹਿਣ ਲੱਗੇ, ਜਲ ਬਿਨ ਸਾਖ ਕੁਮਲਾਵਤੀ, ਉਪਜਾ ਨਾਹੀ ਦਾਮ। ਹਰ ਨਾਹਨ ਮਿਲਿਆ ਸਾਜਨਾ, ਕਤ ਪਾਈਆ ਵਿਸਰਾਮ। ਗਊ ਦੁੱਧ ਤੋਂ ਬਗੈਰ ਕਿਸੇ ਕੰਮ ਨਹੀਂ, ਖੇਤੀ ਪਾਣੀ ਤੋਂ ਬਗੈਰ ਕੰਮ ਨਹੀਂ। ਪਰਮਾਤਮਾ, ਅਸੀਂ ਤੇਰੇ ਬਗੈਰ ਕਿਸੇ ਕੰਮ ਨਹੀਂ। ਸਾਡੀ ਵੀ ਕੋਈ ਕੀਮਤ ਨਹੀਂ, ਸਾਡਾ ਕੋਈ ਜੀਵਨ ਨਹੀਂ, ਕਿਉਂਕਿ ਜੇ ਤੂੰ ਨਹੀਂ ਮਿਲਦਾ।
हर नाहन मिलिया साजना, कत पाइया विश्राम। सानू कित्थों विश्राम मिलना? पति परमात्मा तेरे बगैर सानू कित्थे धीरज है, कित्थे शांति है, कित्थे सानू टिकाऊ मिलना? नहीं मिल सकता, असीं नहीं टिक सकते। तेरे बगैर साडा टिकाऊ नहीं हैगा। इसलिए साडे ते कृपा कर, कृपा करो दीन के दाते, मेरा गुण अवगुण ना विचारो कोई। सतगुरु जी कह लगे, हर नाहिन मिलिया साजना, कत पाइया विश्राम। जित घर हर कंत न प्रगटाई, पठ नगर से ग्राम। मेरे पति परमात्मा, जिस घर विच तू नहीं, तेरी बंदगी, तेरा प्यार, तेरी प्रीत नहीं, वो जिहड़ा हिरदा वो कैसा है? महाराज जी मेरे पति परमात्मा, वो घर वो हिरदा जिवें भट्ठ दी थां सड़ी हुंदी है। भट्ठ दी थां ते सड़ी होए ते कोई चीज़ नहीं उपजदी। महाराज साडे हिरदे भट्ठ वांगू सड़े ने। उत्थे कोई सबर, उत्थे संतोख, उत्थे प्यार, उत्थे विश्राम शांति नहीं हैगी। क्योंकि जिथे भट्ठ लगदा है वो थां दे तत्त मर जाते। इस तरह परमात्मा तेरे बगैर भी साडे अंदर कोई तत्त नहीं। भट्ठ नगर से ग्राम, सर्ब सिगाल तमोल रस सण देही सब खाम। जो मर्जी इत्थे लोग खांदे पींदे हडांदे सुख माणदे ने, ये सारा ही झूठ। परमात्मा तेरे बगैर कोई रस नहीं गा। तेरे बगैर काहदा रस है? मन लो राजे दी रानी होवे गुरमुख, ओदी विआह ओदी शादी हुई होवे ते राजा उन्होंने जंगल च छड्ड देवे कुछ सालां बाद, भी हुण तूं जंगल च रहना, मेरे महलां च नहीं, घर विच नहीं, तेरा जिहड़ा वस है वो जंगल विच। हुण तां कहोगी मेरी जिंदगी बर्बाद है। क्यों? मैं घर विच भी नहीं रह सकती, महलां च नहीं रह सकती। राजे तो बगैर जे राजा सी ते मैनूं महल भी मिले, ਉਹੀ लोग सन ਜਿਹੜੇ हथ जोड़ते सन। क्योंकि जदों राजा सी ते बड़े बड़े अहलकार भी हथ जोड़ते, अज कोई भी नहीं। इस तरह समझ लो, जे परमात्मा साडे कोल तां सब कुछ है। एक बारी आखो सतनाम श्री। जे परमात्मा ही नहीं, इस तरह जंगल वाली जिंदगी समझो। महाराज तेरे बगैर कुछ नहीं। सर्ब सिंगाल तंबोल रस सण देही सब खाम। प्रभ स्वामी कंत विहूणियां मीत सज्जन सब जाम। मैनू हुण जामी लगदे ने, बस मैनू कोई प्यारा नहीं लगदा। परमात्मा तेरे बगैर मीत सज्जन सब जाम। तो फिर गुरु ने कहा, नानक की बनंतिया कर कृपा दीजा नाम। मेरे परमात्मा जे फिर मेरा कुछ भी नहीं, फिर मैनू अपना नाम दे दे। नानक की बनंतिया कर कृपा, बस मैनू नाम दिओ। महाराज एक होर बचन करते हैं, नानक की अरदास सुनीजा केवल नाम हृदय मैं दीजा। परमात्मा मेरी एक अरदास सुन, वो किए मेरे हृदय अंदर अपनी प्रीत टिका दे, प्रेम टिका दे, अपना नाम टिका दे। आओ अज अस्सू दे महीने की विचार नाल जुड़िए। सतगुरां ने अस्सू दे महीने राही भी सानू सिक्ख्या उपदेश सोझी दिती है, जीवन दिता है। सतगुरु जी फरमाते ने, असन प्रेम उमाहड़ा क्यों मिलिया हर जाए। असन का अर्थ है कि अस्सू का महीना
ਜਿਵੇਂ ਜਨਵਰੀ ਫਰਵਰੀ ਇਹ ਮਹੀਨਿਆਂ ਦੀ ਗਿਣਤੀ ਕੀਤੀ ਗਈ, ਇਸ ਤਰ੍ਹਾਂ ਹੀ ਸਨਾਤਨ ਧਰਮ ਅੰਦਰ ਇਸ ਭਾਰਤ ਵੰਸ਼ ਦੀ ਧਰਤੀ ਅੰਦਰ ਇਹ ਮਹੀਨਿਆਂ ਦੀ ਗਿਣਤੀ ਕੀਤੀ ਗਈ। ਸਮੇਂ ਸਮੇਂ ਅਨੁਸਾਰ ਜਿਵੇਂ ਅੱਜ ਸਾਇੰਸ ਨੇ ਤਰੱਕੀ ਕੀਤੀ, ਦੁਨੀਆ 'ਤੇ ਨਵੀਆਂ ਚੀਜ਼ਾਂ, ਨਵੀਆਂ ਵਸਤੂਆਂ, ਨਵੀਂ ਖੋਜ, ਇਸ ਤਰ੍ਹਾਂ ਹੋ ਸਕਦਾ ਉਸ ਸਮੇਂ ਦੀ ਇਹ ਖੋਜ ਹੋਵੇ। ਉਹਨਾਂ ਨੇ ਵੀ ਇਹਨਾਂ ਮਹੀਨਿਆਂ ਦੀ ਖੋਜ ਕੀਤੀ। ਪਰ ਮੈਂ ਇੱਕ ਬੇਨਤੀ ਕਰਾਂ, ਆਹ ਜਿਹੜੀ 12 ਮਾਹ ਦੀ ਖੋਜ, 12 ਮਾਹ ਦੇ ਮਹੀਨੇ ਨੇ, ਇਹਨਾਂ ਦਾ ਸੰਬੰਧ ਸੂਰਜ ਨਾਲ ਹੈ। ਜਨਵਰੀ ਤੇ ਫਰਵਰੀ ਦਾ ਕੋਈ ਸੰਬੰਧ ਨਹੀਂ। ਜਦੋਂ ਸੂਰਜ ਦੀਆਂ ਰਾਸਾਂ ਨੇ 12 ਰਾਸਾਂ ਤੋਂ ਘੁੰਮ ਕੇ ਆਪਣੇ ਟਿਕਾਣੇ 'ਤੇ ਜਾਂਦਾ। ਵੇਖੋ, ਮੈਂ ਹੈਰਾਨ ਸਾਂ ਵੀ ਗੁਰਬਾਣੀ ਅੰਦਰ 6 ਰੁੱਤਾਂ ਲਿਖੀਆਂ ਨੇ। ਅੱਸੂ ਕੱਤਕੇ ਹਰ ਪਿਆਸ ਜੀਓ, ਚੇਤ ਤੇ ਵਿਸਾਖ, ਜੇਠ ਹਾੜ, ਸਾਉਣ ਭਾਦਰੋਂ। ਅੱਸੋਂ ਕੱਤੇ ਮੱਘਰ ਪੋਹ, ਇਹ ਜਿਹੜੀਆਂ ਸਾਰੀਆਂ ਇਹਨਾਂ ਗੁਰਮੁਖ 2 ਮਹੀਨੇ ਦੀਆਂ ਰੁੱਤਾਂ ਨੇ। ਫਿਰ ਹੋਰ ਸੁਣਿਓ, 2 ਮਹੀਨੇ ਬਾਅਦ ਰੁੱਤ ਬਦਲ ਜਾਂਦੀ ਹੈ। ਜਦੋਂ ਮਰਜ਼ੀ ਤੁਸੀਂ ਵੇਖ ਲਓਗੇ, 2 ਮਹੀਨਿਆਂ ਬਾਅਦ ਰੁੱਤ ਬਦਲਦੀ ਹੈ। ਆਹ ਰੁੱਤ ਜਿਹੜੀ ਅੱਸੂ ਕੱਤਕੇ, ਇਹ 2 ਮਹੀਨਿਆਂ ਦੀ ਰੁੱਤ ਹੈ। ਫਿਰ ਹੋਰ ਬੇਨਤੀ, 1 ਮਹੀਨਾ ਜਦੋਂ ਪੂਰਾ ਹੁੰਦਾ ਹੈ ਨਾ, ਜਿਹੜਾ ਸੂਰਜ ਆਪਣੇ ਪੜਾਅ ਤੋਂ ਦੂਸਰੇ ਪੜਾਅ ਅੰਦਰ ਜਾਂਦਾ ਹੈ। ਮੰਨ ਲਓ ਆਪਾਂ ਮੌਂਟਰੀਅਲ ਜਾਣਾ ਤੇ ਘੁੰਮ ਕੇ ਇੱਥੇ ਆਉਣਾ, ਇਹਦੇ 12 ਪੜਾਅ ਨੇ। ਸੂਰਜ ਦੇ ਇਵੇਂ 12 ਪੜਾਅ ਨੇ। ਜਦੋਂ ਦੂਜੀ ਦਾਸ ਵਿੱਚ ਜਾਂਦਾ, ਦੂਸਰੇ ਘਰ ਵਿੱਚ ਜਾਂਦਾ ਸੀ, ਉਹਨੂੰ ਕਹਿੰਦੇ ਨੇ ਕ੍ਰਾਂਤੀ, ਕਿਉਂਕਿ ਸਮੇਂ ਦੀ ਕ੍ਰਾਂਤੀ ਆਉਂਦੀ ਹੈ। ਇਹ ਵੀ ਸੱਚਾਈ ਹੈ। ਸਮੇਂ ਦੀ ਕ੍ਰਾਂਤੀ ਨੂੰ ਸੰਗਰਾਂਤੀ, ਸੰਗਰਾਂਤੀ ਤੋਂ ਸੰਗਰਾਂਦ ਬਣ ਗਈ। ਤੇ ਇਹ ਮਹੀਨਿਆਂ ਦੀ ਗਿਣਤੀ ਅੰਦਰ ਫਿਰ ਸਨਾਤਨ ਧਰਮ ਜਿਹੜਾ ਹੈ, ਉਹ ਫਿਰ ਸੂਰਜ ਦੀ ਪੂਜਾ ਵੀ ਕਰਨ ਲੱਗ ਪਿਆ। ਪਤਾ ਕਿਉਂ? ਉਹਨਾਂ ਦੇ ਧਰਮ ਅੰਦਰ ਲਿਖਿਆ, ਸੂਰਜ ਜਿਹੜਾ ਧਰਮਰਾਜ ਦਾ ਪੁੱਤਰ ਹੈ। ਇਸ ਲਈ ਅਸੀਂ ਪਾਣੀ ਦਿੰਦੇ ਹਾਂ, ਉਹਦੇ ਅੱਗੇ ਕੱਪੜਾ ਸੱਟਦੇ ਨੇ, ਜਾਂ ਕਿਸ ਤਰ੍ਹਾਂ ਵੀ ਪੂਜਾ ਕਰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਨਹੀਂ, ਅਸੀਂ ਪੂਜਾ ਇਹ ਦਿਨ ਨਹੀਂ ਕਰਨੀ, ਅਸੀਂ ਪੂਜਾ ਇੱਕੋ ਕਰਨੀ। ਉਹ ਕੀਏ ਪੂਜਾ ਕੀਜਾ ਨਾਮ ਧਿਆਈਆ, ਬਿਨ ਨਾਵੈ ਪੂਜ ਨ ਹੋਏ, ਬਿਨ ਨਾਵੈ ਪੂਜ ਨ ਹੋਏ। ਮੇਰੇ ਗੁਰੂ ਨੇ ਕਿਹਾ ਪੂਜਾ ਕਰਨੀ ਤੇ ਇੱਕ ਕਰਨੀ, ਉਹ ਨਾਮ ਦੀ ਏ, ਉਹ ਬੰਦਗੀ ਦੀ। ਇਹਦੀ ਪੂਜਾ ਨਹੀਂ, ਇਹ ਤਾਂ ਮਹਾਰਾਜ ਕਹਿੰਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਤਾਂ ਮੇਰੇ ਵਾਹਿਗੁਰੂ ਦੇ ਹੁਕਮ ਚੱਲਣ ਵਾਲੇ ਨੇ। ਉਹ ਤਾਂ ਜਿਵੇਂ ਧਰਤੀ ਚੱਲ ਰਹੀ ਹੈ, ਬ੍ਰਹਿਮੰਡ ਚੱਲ ਰਹੇ ਨੇ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਦੇ, ਉਹ ਤਾਂ ਦਾਤਾ ਇਹਨਾਂ ਦਾ। ਤੇ ਆਪਾਂ ਫਿਰ ਦਾਤੇ ਦੀ ਪੂਜਾ ਕਰਨੀ ਹੈ। ਮਹਾਰਾਜ ਕਹਿੰਦੇ ਮੂਲ ਛੋੜ ਡਾਲੀ ਲਾਗੇ, ਕਿਆ ਪਾਵਾਂ ਛਾਈ। ਮਹਾਰਾਜ ਕਹਿੰਦੇ ਮੂਲ ਨੂੰ ਨਹੀਂ ਛੱਡੀਦਾ, ਮੂਲ ਜੜ, ਰੁੱਖਾਂ ਦੇ ਪੱਤਿਆਂ ਨੂੰ ਪਾਣੀ ਨਹੀਂ ਪਾਉਣਾ, ਆਪਾਂ ਮੂਲ ਨੂੰ ਪਾਉਣਾ। ਉਹ ਕੀ ਹੈ? ਇੱਕ ਓੰਕਾਰ। ਇੱਕ ਵਾਰੀ ਆਖੋ ਸਤਿਨਾਮ ਸ੍ਰੀ। ਕਹਿੰਦੇ ਆਪਾਂ ਇੱਕ ਦੀ ਬੰਦਗੀ, ਇੱਕ ਨਾਲ ਮੂਲ ਉਹ ਨਹੀਂ ਛੱਡਣਾ। ਮੂਲ ਮੰਤਰ ਦਾ ਹੀ ਮਤਲਬ ਹੀ ਇਹ ਹੁੰਦਾ ਹੈ। ਮੂਲ ਮੰਤਰ ਨਾ, ਉਹਦਾ ਮਤਲਬ ਅਸੀਂ ਮੂਲ ਨਾਲ ਜੁੜਨਾ। ਮੰਤਰ ਹੁੰਦਾ, ਆਪਾਂ ਕਹਿੰਦੇ ਸਾਨੂੰ ਸਿਖਾਓ ਮੰਤਰ ਤਾਂ ਦੱਸੋ ਕੀ ਇਹਦਾ, ਇਹ ਕਿਵੇਂ ਚੱਲਦਾ, ਕੀ ਮੰਤਰ ਹੈ? ਮੰਤਰ ਮਤਲਬ ਸੋਝੀ। ਮਹਾਰਾਜ ਕਹਿੰਦੇ ਮੂਲ ਮੰਤਰ ਕੀ ਹੈ? ਮੂਲ ਮੰਤਰ ਇੱਕ ਆ, ਜਿਹੜਾ ਵਾਹਿਗੁਰੂ ਅਸੀਂ ਉਹਦੇ ਨਾਲ ਜੁੜਨਾ, ਇਹ ਮੂਲ ਮੰਤਰ ਹੈ।
ਤਾਂ ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਇਹਨਾਂ ਮਹੀਨਿਆਂ ਸੂਰਜ ਦੀ ਪੂਜਾ ਨਹੀਂ ਕਰਨੀ, ਅਸੀਂ ਪੂਜਾ ਕਰਨੀ ਹੈ ਕੀ ਹੈ? ਨਾਮ ਤੇ ਦੁਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਵੇ ਸਾਨੂੰ ਨਾਮ ਤਾਂ ਵਿਗਾਰ ਸਾਰਾ ਹੀ ਸਾਰਾ ਝੂਠਾ ਹੈ, ਤੇ ਝੂਠਿਆਂ ਦੀ ਆਪਾਂ ਪੂਜਾ ਨਹੀਂ ਕਰਨੀ, ਪੂਜਾ ਆਪਾਂ ਸੱਚੇ ਨਾਮ ਦੀ ਕਰਨੀ। ਉਹ ਕੀ ਹੈ? ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਮਹੀਨਿਆਂ ਦੀ ਵੰਡ ਕਰਕੇ ਮੇਰੇ ਗੁਰੂ ਜੀ ਨੇ ਕਿਹਾ, ਭਲਿਓ ਇਹ ਤੁਸੀਂ ਪੂਜਾ ਗਲਤ ਕਰਨ ਲੱਗ ਪਏ। ਆਓ ਤੁਹਾਨੂੰ ਮੇਰੇ ਗੁਰੂ ਨੇ ਕਿਹਾ, ਮੈਂ ਤੁਹਾਨੂੰ ਦੱਸਣਾ ਕਿਹੜੀ ਬੰਦਗੀ, ਕਿਹੜੀ ਪੂਜਾ, ਕੀ ਕਰੋਗੇ। ਅੱਸੂ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇਗਾ। ਇਹ ਸੱਚਾਈ ਹੈ। ਅੱਸੂ ਦਾ ਮਹੀਨਾ ਇਹ ਸੁੱਖਾਂ ਨਾਲ ਕਿਵੇਂ ਬਤੀਤ ਹੋਏਗਾ? ਕਿਹੜੀ ਪੂਜਾ? ਸਤਿਗੁਰੂ ਜੀ ਫਰਮਾਉਂਦੇ ਨੇ, ਅਸਨ ਪ੍ਰੇਮ ਉਹ ਮਾਹੜਾ। ਮਾਹੜਾ ਜਿਵੇਂ ਪਾਣੀ ਨਹੀਂ ਉਛਾਲੇ ਖਾਂਦਾ ਬਾਹਰ ਨਿਕਲਦਾ, ਉਹ ਮਾਹੜਾ ਉਬਲ ਉਬਲ ਕੇ ਬਾਹਰ ਨਿਕਲਦਾ ਹੈ। ਅੰਦਰੇ ਪ੍ਰੇਮ ਹੈ, ਅੰਦਰ ਪ੍ਰੀਤ ਹੈ, ਅੰਦਰ ਉਤਸ਼ਾਹ, ਪਰ ਕਾਹਦਾ ਉਤਸ਼ਾਹ? ਕਿਉ ਮਿਲਿਆ ਹਰ ਜਾਏ। ਵੀ ਮੈਂ ਪਤੀ ਪਰਮਾਤਮਾ ਜੀ ਨੂੰ ਮਿਲਣਾ, ਮੇਰੇ ਅੰਦਰ ਉਤਸ਼ਾਹ ਹੈ, ਮੇਰਾ ਹਿਰਦਾ ਉਬਾਲੇ ਖਾਂਦਾ ਹੈ ਵੀ ਮੈਂ ਪਤੀ ਪਰਮਾਤਮਾ ਨੂੰ ਕਿਵੇਂ ਮਿਲ ਸਕਦੀ ਹੈ। ਜਿੰਦ ਕਹਿੰਦੀ ਆਤਮਾ, ਅਗਲਾ ਬਚਨ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਨ ਮਿਲਾਵੈ ਮਾਏ। ਮੇਰੀ ਮਾਂ, ਮੇਰੇ ਸੱਜਣ, ਮੇਰੇ ਭਾਈਓ, ਮੇਰੇ ਮਨ ਅੰਦਰ ਵੀ ਪਿਆਸ ਹੈ ਤੇ ਤਨ ਅੰਦਰ ਵੀ ਪਿਆਸ ਹੈ। ਮੇਰਾ ਮਨ ਵੀ ਚਾਹੁੰਦਾ ਹੈ, ਜਿਵੇਂ ਤਨ ਭੋਜਨ ਚਾਹੁੰਦਾ, ਯਾਦ ਰੱਖੋ, ਤਨ ਪਾਣੀ ਚਾਹੁੰਦਾ ਹੈ, ਪਰ ਮਨ ਨੂੰ ਪਾਣੀ ਦੀ ਲੋੜ ਨਹੀਂ। ਮੈਂ ਬੇਨਤੀ ਕਰਾਂ, ਮਨ ਨੂੰ ਕੋਈ ਭੋਜਨ ਦੀ ਲੋੜ ਨਹੀਂ, ਇਹਨੂੰ ਤਾਂ ਬੋਲਾਂ ਦੀ ਲੋੜ ਹੈ। ਮਨ ਪਿਆਰ ਨਾਲ ਸੁਖੀਏ, ਕਬੋਲਾਂ ਨਾਲ ਦੁਖੀਏ, ਸਚਾਈ ਹੈ। ਮੰਨ ਲਓ ਤੁਹਾਨੂੰ ਕੋਈ ਕਬੋਲ ਬੋਲ ਦੇਵੇ, ਘਰ 'ਚ ਹੀ ਕੋਈ ਬੋਲ ਦੇਵੇ, ਔਖਾ ਹੀ ਕੋਈ ਬੋਲ ਦੇ, ਤੇ ਮਨ ਦੁਖੀ ਹੋ ਜਾਂਦਾ ਹੈ। ਇਹਨੂੰ ਪਾਣੀ ਨਾਲ ਫਿਰ ਨਹੀਂ। ਮੰਨ ਲਓ ਮਨ ਨੂੰ ਗੁੱਸਾ ਚੜਿਆ, ਸਾਨੂੰ ਗਲਤ ਬੋਲਿਆ ਜਾਂ ਕੁਛ ਵੀ ਝਗੜਾ ਕਲੇਸ਼ ਹੋ ਗਿਆ, ਪਾਣੀ ਨਾਲ ਮਨ ਥੋੜ੍ਹਾ ਠੰਡਾ ਹੁੰਦਾ ਹੈ। ਭੋਜਨ ਦਾ ਖਾਣਾ ਹੀ ਜੀਅ ਨਹੀਂ ਕਰਦਾ, ਕਿਉਂਕਿ ਮਨ ਦੀ ਖੁਰਾਕ ਹੋ ਰਹੀ, ਤਨ ਦੀ ਖੁਰਾਕ ਹੋ ਰਹੀ। ਇਸ ਲਈ ਮੇਰੇ ਗੁਰੂ ਨੇ ਕਿਹਾ, ਪਤੀ ਪਰਮਾਤਮਾ ਮੇਰਾ ਮਨ ਵੀ ਚਾਹੁੰਦਾ ਤੇ ਮੇਰਾ ਤਨ ਵੀ ਚਾਹੁੰਦਾ। ਮੇਰੀ ਮਾਂ, ਮੈਨੂੰ ਕੌਣ ਮਿਲਾ ਸਕਦਾ? ਕੋਈ ਹੈ ਸੱਜਣ, ਕੋਈ ਹੈ ਦੁਨੀਆ 'ਤੇ ਬੰਦਾ ਮੈਨੂੰ ਮਿਲਾਏ? ਤਾਂ ਅੱਗੋਂ ਉੱਤਰ ਗੁਰੂ ਨੇ ਆਪ ਹੀ ਦਿੱਤਾ, ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕਾ ਲਾਗਾਂ ਪਾਏ। ਹਾਂ, ਤੇਰੇ ਮਿਲਾਪ ਵਿੱਚ ਸਹਾਇਕ ਕੋਈ ਹੋ ਸਕਦਾ ਹੈ। ਹਾਂ, ਤੇਰੀ ਕੋਈ ਬਾਂਹ ਪਕੜ ਸਕਦਾ ਹੈ। ਉਹ ਕੌਣ ਨੇ? ਉਹ ਰੱਬ ਦੇ ਪਿਆਰੇ ਨੇ। ਆਹ ਗੁਰੂ ਕੀ ਸੰਗਤ ਹੈ। ਜਿਹੜੇ ਕੋਈ ਸੰਤ ਹਨ, ਕੋਈ ਰੱਬ ਦੇ ਪਿਆਰੇ ਭਗਤ ਨੇ, ਆਹ ਗੁਰੂ ਕੀ ਸੰਗਤ ਇਹ ਮਿਲਾ ਸਕਦੀ ਹੈ। ਮਹਾਰਾਜ ਕਹਿੰਦੇ ਹੋਰ ਕੋਈ ਨਹੀਂ ਹੋ ਸਕਦਾ। ਜੇ ਤੂੰ ਸੋਚੇ ਕੋਈ ਜੰਡ, ਕੋਈ ਸੂਰਜ, ਕੋਈ ਮੱਟ, ਮਹਾਰਾਜ ਕਹਿੰਦੇ ਨਹੀਂ। ਮਿਲਾਏਗੀ ਤਾਂ ਕੀ ਮਿਲਾਏਗਾ? ਆ ਸਾਧ ਸੰਗਤ ਮਿਲਾਏਗੀ। ਇੱਕ ਵਾਰੀ ਆਖੋ ਸਤਿਨਾਮ ਸ੍ਰੀ। ਮਹਾਰਾਜ ਇੱਕ ਬਚਨ ਕਰਦੇ ਹਨ, ਜਿਸ ਨੂੰ ਤੁਮਹਿ ਦਿਖਾਇਓ ਦਰਸ਼ਨ, ਸਾਧ ਸੰਗਤ ਕਾ ਪਾਛੈ। ਮੇਰੇ ਪਤੀ ਪਰਮਾਤਮਾ, ਜਿਨ੍ਹਾਂ ਨੇ ਤੁਹਾਡੇ ਦੀਦਾਰ ਕੀਤੇ, ਉਹਨਾਂ ਨੇ ਕਿਵੇਂ ਕਰ ਲੈਣੇ? ਮੇਰੇ ਪਤੀ ਪਰਮਾਤਮਾ, ਉਹ ਕਿਵੇਂ ਜਿੰਦਾ ਆਤਮਾਵਾਂ ਤੁਹਾਨੂੰ ਮਿਲ ਪਈਆਂ ਨੇ? ਤੇ ਗੁਰੂ ਕੀ ਬਾਣੀ ਨੇ ਦੱਸਿਆ, ਸਾਧ ਸੰਗਤ ਜਿਸ ਨੂੰ ਤੁਮਹਿ ਦਿਖਾਇਓ ਸਾਧ।
जिसनो तुम्ह दिखायो दर्शन, साध संगत कह पाछै। बस ਉਹਨਾਂ ਨੇ ਸੰਗਤ ਦਾ ਪਿੱਛਾ ਨਹੀਂ ਛੱਡਿਆ, ਸੰਗਤ ਦਾ ਪੱਲਾ ਫੜ ਲਿਆ ਸੀ। ਬਸ ਜਿਸ ਕੋਲ ਸੰਗਤ ਦਾ ਪੱਲਾ ਫੜ ਲਿਆ ਨਾ, ਮਹਾਰਾਜ ਵੀ ਗੁਰਬਾਣੀ 'ਚ ਇੱਕ ਬਚਨ ਕਰਦੇ ਨੇ, ਸਾਧ ਸੰਗਤ ਵਿੱਚ ਕੀ ਏ, ਜੋ ਇੱਛਾ ਸੋਈ ਫਲ ਪਾਵੈ, ਸਾਧ ਕਾ ਸੰਗ ਨਾ ਬਿਰਥਾ ਜਾਵੈ। ਸਚਾਈ ਏ, ਇੱਥੋਂ ਬੰਦਾ ਖਾਲੀ ਨਹੀਂ ਜਾਂਦਾ। ਇੱਕ ਵਾਰੀ ਆਖੋ ਸਤਿਨਾਮ ਸ੍ਰੀ। ਇੱਥੇ ਸੰਗਤ ਵਿੱਚ ਮੇਰੇ ਗੁਰੂ ਨੇ ਕਿਹਾ ਝੋਲੀਆਂ ਭਰ ਜਾਂਦੀਆਂ ਨੇ। ਇੱਕ ਗੁਰੂ ਦਾ ਬਚਨ ਹੈ, ਆਏ ਪ੍ਰਭ ਸਰਣਾ ਭਾਉ ਨਹੀਂ ਕਰਨਾ। ਗੁਰੂ ਜੀ ਕਹਿਣ ਲੱਗੇ, ਜਦੋਂ ਤੂੰ ਗੁਰੂ ਕੋਲ ਆਉਣਾ ਹੈ ਨਾ, ਆ ਧਿਆਨ ਨਾਲ ਸੁਣਿਓ ਜਿੰਨੇ ਤੁਸੀਂ ਭੈਣ ਭਰਾ ਬੈਠੇ ਹੋ। ਗੁਰੂ ਕੀ ਬਾਣੀ ਕਹਿੰਦੀ, ਜਦੋਂ ਤੂੰ ਆਉਣਾ ਭਾਉ ਨਹੀਂ ਲੈ ਕੇ ਆਉਣਾ, ਡਰ, ਦੁਨੀਆ ਦਾ ਡਰ ਨਹੀਂ ਲੈ ਕੇ ਆਉਣਾ। ਇਸ ਤਰ੍ਹਾਂ ਨਾ ਆਵੇਂ ਝੁਰਿਆ ਝੁਰਿਆ ਜਿਹਾ। ਮਹਾਰਾਜ ਕਹਿੰਦੇ, ਆਏ ਪ੍ਰਭ ਸਰਣਾ ਭਾਉ ਨਹੀਂ ਕਰਨਾ, ਸਾਧ ਸੰਗਤ ਹੈ ਨੇਚੋ ਤਰਨਾ। ਬਸ ਗੁਰੂ ਕਹਿਣ ਲੱਗੇ, ਇੱਕ ਨਿਹਚਾ ਲੈ ਕੇ ਆਈ, ਸੰਗਤ ਵਿੱਚ ਤਰ ਜਾਏਗਾ। ਆਏ ਪ੍ਰਭ ਸਰਣਾ ਭਾਉ ਨਹੀਂ ਕਰਨਾ, ਸਾਧ ਸੰਗਤ ਹੈ ਨੇਚੋ ਤਰਨਾ। ਸੰਗਤ ਤਾਰਦੀ ਜ਼ਰੂਰ ਏ, ਇਹ ਸੱਚਾਈ ਹੈ। ਮੇਰੇ ਗੁਰੂ ਨੇ ਕਿਹਾ, ਭਲਿਆ ਇਹ ਸੰਗਤ ਤਾਰੇਗੀ, ਪਰ ਇੱਕ ਨਿਸ਼ਾਨੀ ਹੈ ਤੇਰੇ ਨਾਲ, ਇੱਕ ਵਾਅਦਾ ਵੀ ਹੈ। ਉਹ ਕੀ ਹੈ? ਤੇਰੇ ਕੋਲ ਇੱਕ ਚੀਜ਼ ਚਾਹੀਦੀ, ਉਹ ਨਿਸ਼ਚਾ ਚਾਹੀਦਾ। ਤਾਂ ਹੀ ਮੇਰੇ ਗੁਰੂ ਨੇ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਾ ਲਾਗਾ ਪਾਏ। ਮੈਂ ਇਹਨਾਂ ਪਿਆਰਿਆਂ ਦੇ ਪੈਰੀ ਪੈ ਜਾਵਾਂ, ਕਿਉਂਕਿ ਜੇ ਮੇਰੇ ਸਹਾਇਕ ਸੰਗਤ ਨੇ ਹੋਣਾ ਜਾਂ ਰੱਬ ਦੇ ਪਿਆਰਿਆਂ ਨੇ, ਮੈਂ ਕਿਉਂ ਨਾ ਇਹਨਾਂ ਦੇ ਚਰਨੀ ਪਵਾਂ। ਮੈਂ ਕਿਉਂ ਨਾ ਸੰਗਤ ਨਾਲ ਪਿਆਰ ਕਰਾਂ, ਕਿਉਂ ਨਾ ਸੰਗਤ ਨੂੰ ਮੈਂ ਬੇਨਤੀਆਂ ਕਰਾਂ। ਬੇਨ ਪ੍ਰਭ ਕਿਉਂ ਸੁਖ ਪਾਈਆ, ਦੂਜੀ ਨਾਹੀ ਜਾਏ। ਮੇਰੇ ਪਤੀ ਪਰਮਾਤਮਾ, ਤੇਰੇ ਬਗੈਰ ਮੈਨੂੰ ਸੁੱਖ ਨਹੀਂ ਮਿਲ ਸਕਦਾ, ਤੇ ਮੈਂ ਦੂਜੀ ਥਾਂ 'ਤੇ ਵੀ ਕਿਉਂ ਜਾਵਾਂ, ਕਿਉਂਕਿ ਸੁੱਖ ਦੇਣ ਵਾਲਾ ਤੂੰ ਹੈ। ਭਾਵੇਂ ਪਤਾਲ ਵਿੱਚ, ਉੱਥੇ ਵੀ ਤੂੰ ਹੈ। ਅਸੀਂ ਚੰਦਰਮਾ 'ਤੇ ਚਲੇ ਜਾਈਏ, ਉੱਥੇ ਵੀ ਤੂੰ ਹੈ। ਜੇ ਜੰਗਲਾਂ 'ਚ ਜਾਈਏ, ਪਰਮਾਤਮਾ ਉੱਥੇ ਵੀ ਤੂੰ ਹੈ। ਉੱਥੇ ਵੀ ਸੁੱਖ ਤੂੰ ਦੇਣਾ, ਇੱਥੇ ਵੀ ਸੁੱਖ ਤੂੰ ਦੇਣਾ। ਸਚਾਈ ਹੈ ਗੁਰਮੁਖੋ, ਬੰਦਾ ਜਿੱਥੇ ਮਰਜ਼ੀ ਚਲਾ ਜਾਵੇ, ਦੁਨੀਆ ਦਾ ਕੋਨਾ ਛੱਡ ਦੇ, ਭਾਵੇਂ ਹਿੰਦੁਸਤਾਨ ਛੱਡ ਦੇ, ਕਨੇਡਾ ਛੱਡ ਦੇ, ਜਿੱਥੇ ਮਰਜ਼ੀ ਚਲਾ ਜਾਏ, ਸੁੱਖ ਯਾਦ ਰੱਖਿਓ ਉਹ ਪਰਮਾਤਮਾ ਦਾ ਦਿੱਤਾ ਹੋਇਆ ਹੀ ਬੰਦਾ ਲੈਂਦਾ। ਇਹ ਕਦੀ ਨਹੀਂ ਹੋਇਆ ਵੀ ਆਹ ਧਰਤੀ ਦੁਨੀਆ ਦੀ ਹੋਏਗੀ, ਉੱਥੇ ਸੁੱਖ ਹੀ ਸੁੱਖ ਹੋਏਗਾ, ਕਦੀ ਨਹੀਂ ਹੋਏਗਾ। ਕਿਉਂ? ਬਿਨ ਪ੍ਰਭ ਕਿਉਂ ਸੁੱਖ ਪਾਈਐ, ਦੂਜੀ ਨਾਹੀ ਜਾਏ। ਹਾਂ, ਉਹ ਜਿੱਥੇ ਮਰਜ਼ੀ ਏ, ਜਿਹਦੇ ਪ੍ਰਭੂ ਦੀ ਬਖਸ਼ਿਸ਼ ਏ, ਉਹ ਸੁੱਖ ਏ। ਨਹੀਂ ਤਾਂ ਕੋਈ ਧਰਤੀ, ਕੋਈ ਸਮੁੰਦਰ, ਇਹੋ ਜਿਹਾ ਕੋਈ ਆਕਾਸ਼ ਅੱਜ ਤੱਕ ਨਹੀਂ ਬਣਿਆ ਵੀ ਉੱਥੇ ਸੁੱਖ ਹੀ ਹੋਏਗਾ। ਨਹੀਂ, ਦੁੱਖ ਨਾਲ ਖੜਾ ਹੈ। ਨਾਨਕ ਦੁਖੀਆ ਸਭ ਸੰਸਾਰ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਜਿੱਥੇ ਮਰਜ਼ੀ ਚਲੇ ਜਾਓ, ਮਹਾਰਾਜ ਕਹਿੰਦੇ ਦੁੱਖ ਉੱਥੇ ਹੀ ਪਹਾੜ ਖੜੇ ਨੇ, ਜਿਵੇਂ ਪਰਛਾਵਾਂ ਨਾਲ ਹੀ ਰਹਿੰਦਾ। ਹਾਂ, ਮਹਾਰਾਜ ਕਹਿਣ ਲੱਗੇ, ਪਰਮਾਤਮਾ ਸੁੱਖ ਤੇਰਾ ਦਿੱਤਾ ਲਈਐ, ਜਦੋਂ ਤੂੰ ਦੇਣਾ ਫਿਰ ਅਸੀਂ ਸੁੱਖ ਮਾਣ ਸਕਦੇ ਹਾਂ। ਵੇਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਨੇ ਆ ਪ੍ਰੇਮ ਰਸ ਚੱਖ ਲਿਆ, ਜਿਨ੍ਹਾਂ ਨੂੰ ਪ੍ਰੇਮ ਪੈ ਗਿਆ ਨਾ ਗੁਰੂ ਪਰਮਾਤਮਾ ਦਾ, ਮਹਾਰਾਜ ਕਹਿੰਦੇ ਅਸਲ ਉਹ ਰੱਜ ਵੀ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ, ਉਹ ਸੰਤੋਖੀ ਹੋ ਜਾਂਦੇ ਨੇ, ਉਹ ਸਬਰ ਵਾਲੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪ੍ਰੇਮ ਰਸ ਹੈ। ਗੁਰੂ ਨੇ ਕਿਹਾ, ਪ੍ਰੇਮ ਪਟੋਲਾ ਤੈਸਾ ਦਿੱਤਾ, ਢੱਕਣ ਕੋ ਪਤ ਮੇਰੀ। ਪਰਮਾਤਮਾ ਮੈਨੂੰ ਤੇ ਇੱਕ ਪ੍ਰੇਮ ਦਾ ਪਟੋਲਾ ਹੀ ਦੇ ਦਿੱਤਾ। ਪਟੋਲਾ ਹੁੰਦਾ ਕੱਪੜਾ।
महाराज मैनू तुम प्रेम दिता है, बस प्रेम नाल ही मैनू सब कुछ मिल गया, क्योंकि गुरु ने कहा साच कहो सुन लेहो सभा, जिन प्रेम कियो तिन ही प्रभ पायो। क्योंकि जे मैं तुहानू मिलना ही प्रेम नाल है ते गुरु मेरी झोली च प्रेम पा दिओ। क्योंकि मैं एक बेनती करा, गुरु परमात्मा का मिलाप का रस्ता की है प्रेम। तां ही गुरु ने कहा प्रेम भगत प्रभ लागी, सो पाए जिस वड भागी। जदों प्रेमा भगती लागी, मेरे गुरु ने कहा उन्होंने मेरा रब मिल गया, उन्होंने प्राप्ति हो गई। सतगुरु जी कहन लगे जिन्ने चाखिया प्रेम रस, से तृप्त रहे आगाय। आप त्याग बिनती करह, लेहो प्रभु लड़ लाए। आप त्याग का मतलब मेरे अंदर मान हंकार होमा नहीं, सब कुछ त्याग के मैं बेनती करना प्रभु मैनू अपने लाड़ ला लो। क्योंकि तुहाडे लाड़ लगे ही सुख मिलना है, सच्चाई है गुरमुख। अज लागो भावें कल लगो, लड़ लगना ही पैना है। ये कदी नहीं हो सकता मनुख कह भी मैं बिना पानी तो बिना भोजन तो मैं दुनिया ते भज लवां। नहीं, एक दिन भजेगा, 2 दिन भज लहेगा। भोजन ते पानी की लोड़ है ते सानू परमात्मा की लोड़ है। सतगुरु जी कहन लगे जे ओ नहीं अगला ही बचन ने, कतक कर्म कमावने दोष न काहू जोग। परमेश्वर ते भुलिया व्यापन सभे रोग। दुखी तू हो जाना बेमुख होए राम ते, लगन जन्म विजोग। खिन मह कौड़े होए गए जितड़े माया भोग। आ तेरी माया दे सुखां ने एक दिन दुख बन जाना। माया दे सुख भोगदा बंदा बहुत कुछ भोग सकदा, माया की शक्ति ये याद रखियो। मायक करामात बंदे कोल, वो गरीब होवे जे उहदे कोल माया आ जाए उहदे कोल पावर आ जाती है, दुनिया दे सुख भोग सकदा है। मेरे गुरु ने कहा जे परमात्मा नहीं, एक दिन तेरी माया दे सुखां ने तेनों दुख देना। क्यों? तेरे कोल वाहिगुरु जी नहीं। मेरे गुरु ने कहा आप त्याग बिनती करह, लेहो प्रभु लड़ लाए। जो हर कंत मिलाइया, से विछड़कत है न जाए। बेनतियां करदियां जिन्होंने मिला लिया वो कदे विछड़ते नहीं, उन्होंने कदे विछोड़े का दुख ही नहीं पैंदा। मैं बेनती करना होर कोई दुख नहीं। मेरे गुरु ने कहा आखां जीवा विसरा, बस मेरे गुरु ने कहा जय तन बानी विसर जाए। जो पक्का रोगी बिल लाए। विसरना ही दुखे ते जुड़ना ही सुख, याद रखियो। चीत आवा ता महा आनंद, चीत आवा ता दुख पंज। परमात्मा जे तू चेते है दुख सारे चले गए। परमात्मा तू चेते है मेरे अंदर आनंद ही आनंद है। बस मैनू दुख कदों सभे दुख संताप जा तुद्धों भुलिया। जदों मैं तेनू भुल जाना असल उदों ही दुख ने, उदों पहला कोई नहीं। सभे दुख संताप जा तुद्धों भुलिया। सतगुरु जी अगला बचन करते हैं प्रावण दूजा को नहीं, नानक हर सरनाए। असो सुखे वसंदियाँ, जिन्ना मया हर राय। मेरे परमात्मा तेरे तो बगैर होर कोई नहीं गा। जिवें आपां अरदास करदे आ मैं होर थाओ नाही, जिस पै करो बिनती। मेरा दुख सुख तुझ ही पासे, मेरा होर थाओ नहीं। सतगुर आयो शरण तुहारी। मेरे गुरु मैं तुहाडी शरण विच आ गया, मेरा होर थाओ कोई नहीं। सतगुर आयो शरण तुहारी, मिला सूख नाम हर सोभा। चिंता लाहे हमारी, हो आया दूरों चल कै। मैं तकी तो सरनाए जियो, मैं आशा रखी चित में। मेरा सबो दुख गवाए जियो, क्योंकि मैं दूरों आया।
ਦੂਰੋਂ ਦਾ ਮਤਲਬ ਇਹ ਨਹੀਂ ਆ ਤਾਂ ਘਰ ਨੇੜੇ ਨੇ। ਦੂਰੋਂ ਦਾ ਮਤਲਬ ਅਸੀਂ ਕਈ ਜਨਮਾਂ ਦੇ ਵਿਛੜੇ ਹੋਏ ਆ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਵਾ ਸਿਆਹੋ। ਮਹਾਰਾਜ ਜਨਮਾਂ ਜਨਮਾਂ ਦੇ ਅਸੀਂ ਵਿਛੜੇ ਹੋਏ, ਹੁਣ ਤੁਹਾਡੇ ਦਰ ਤੇ ਆਇਆ, ਸਾਨੂੰ ਜੋੜ ਲਓ। ਤੇ ਮਹਾਰਾਜ ਜੀ ਕਹਿੰਦੇ ਨੇ ਉਹੀ ਅੱਸੂ ਦੇ ਮਹੀਨੇ ਅੰਦਰ ਜੀਵ ਉਹ ਮਨੁੱਖ ਸੁੱਖ ਮਾਣਦੇ ਨੇ। ਅਸੋ ਸੁਖੀ ਮਸੰਦੀਆਂ, ਜਿਨਾ ਮਾਇਆ ਹਰ ਰਾਏ। ਮਾਇਆ ਦਾ ਅਰਥ ਹੁੰਦਾ ਹੈ ਉਹਦੀ ਬਖਸ਼ਿਸ਼। ਮਾਇਆ ਤਾਂ ਆਪਾਂ ਸਮਝਦੇ ਹਾਂ, ਮਾਇਆ ਦੁਨੀਆ ਦੀ ਮਾਇਆ ਸਭ ਕੁਛ। ਜਿੱਥੇ ਮਾਇਆ ਉੱਥੇ ਆ ਗੁਰੂ ਦੀ ਬਖਸ਼ਿਸ਼। ਅੱਜ ਜਿੰਨਾ ਕੁਝ ਆਪਾਂ ਕਰ ਰਹੇ ਨਾ, ਆਪਾਂ ਬੈਠੇ ਹਾਂ, ਕਥਾ ਹੋ ਰਹੀ ਹੈ, ਕੀਰਤਨ, ਅਰਦਾਸ, ਬੇਨਤੀ, ਜੋ ਵੀ ਧਰਮ ਦਾ ਕਰਮ ਹੈ, ਇਹਦੇ 'ਚ ਪਤਾ ਕੀ ਹੈ? ਇਹਦੇ 'ਚ ਗੁਰੂ ਦੀ ਮਾਇਆ ਹੀ ਹੈ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਹੈ। ਬੰਦਾ ਧਨ ਖੱਟਣ ਵਾਸਤੇ ਭਾਵੇਂ ਉਹ ਦੁਕਾਨ ਕਰਦਾ, ਉਹ ਨੌਕਰੀ, ਉਹ ਦਿਹਾੜੀ, ਭਾਵੇਂ ਉਹ ਜੱਜ ਹੋਵੇ, ਕਾਹਦੇ ਵਾਸਤੇ ਹੈ? ਮਾਇਆ ਵਾਸਤੇ ਹੈ। ਸਾਡੇ ਧਰਮ ਦੇ ਜਿੰਨੇ ਚੰਗੇ ਕਰਮ ਨੇ ਉਹ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਹੈ। ਇਸ ਲਈ ਮੇਰੇ ਗੁਰੂ ਨੇ ਕਿਹਾ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਇਹ ਕਿਰਪਾ ਲੈਣ ਵਾਸਤੇ ਹੈ। ਮਹਾਰਾਜ ਜਿਨ੍ਹਾਂ 'ਤੇ ਬਖਸ਼ਿਸ਼ ਕਰਦੇ ਹੋ ਉਹਨਾਂ ਦੇ ਇਹ ਮਹੀਨੇ ਅੱਸੂ ਦੇ ਹੋਣ ਤੇ ਭਾਵੇਂ 12 ਮਹੀਨੇ ਹੋਣ। ਮਹਾਰਾਜ ਜੀ ਕਹਿਣ ਲੱਗੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗਾ ਦਰਸਦਾਨ। ਕਿਰਪਾ ਕਰੋ ਹਰੇ। ਇਹਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ, ਭੁੱਲਾਂ ਦੀ ਖਿਮਾ। ਸੰਗਤ ਦਾ ਧੰਨਵਾਦ। ਜੀ ਆਇਆਂ ਨੂੰ, ਜੀ ਆਇਆਂ ਨੂੰ।